ਮੈਨੇਜਮੈਂਟ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤਸ਼ਰੀਫ ਲੈ ਕੇ ਆਏ ਨੇ। ਦੋਸਤੋ, ਮੈਂ ਤੁਹਾਨੂੰ ਡਾਕਟਰ ਰਮਨਦੀਪ ਸਿੰਘ ਹੋਰਾਂ ਬਾਰੇ ਦੱਸਦਿਆਂ ਕਿ ਜ਼ਿਮੀਂਦਾਰਾਂ ਤੋਂ ਵਸਤੂਆਂ ਤਿਆਰ ਕਰਵਾ ਕੇ ਖਪਤਕਾਰਾਂ ਦੀ ਝੋਲੀ ਦੇ ਵਿੱਚ ਇਹਨਾਂ ਨੇ ਤਕਰੀਬਨ 20 ਸਾਲਾਂ ਦਾ ਇਹਨਾਂ ਦਾ ਤਜਰਬਾ ਤੇ 1000 ਦੇ ਕਰੀਬ ਜਿਹੜੀ ਪ੍ਰੋਡਕਟਸ ਨੇ ਉਹ ਖਪਤਕਾਰਾਂ ਦੀ ਝੋਲੀ ਦੇ ਵਿੱਚ ਪਾਈਆਂ ਜ਼ਿਮੀਂਦਾਰਾਂ ਤੋਂ ਤਿਆਰ ਕਰਵਾ ਕੇ। ਸੋ ਦੋਸਤੋ, ਬਹੁਤ ਲੰਬਾ ਚੌੜਾ ਤਜਰਬਾ ਡਾਕਟਰ ਸਾਹਿਬ ਦਾ। ਅੱਜ ਆਪਾਂ ਵੀ ਇਹਨਾਂ ਦੇ ਕੋਲੋਂ ਇਹਨਾਂ ਦੇ ਤਜਰਬੇ ਤੋਂ ਕੁਝ ਨਾ ਕੁਝ ਸਿੱਖਣਾ ਆ। ਸੋ ਇਹਨਾਂ ਤੋਂ ਭਰਪੂਰ ਜਾਣਕਾਰੀ ਲੈਣੀ ਆ। ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਜਾਣਕਾਰੀ ਲੈਣ ਦੇ ਲਈ ਫ਼ੋਨ ਦੇ ਰਾਹੀਂ। ਸਾਡੇ ਫ਼ੋਨ ਨੰਬਰ ਨੋਟ ਕਰ ਲਵੋ। ਪਹਿਲਾ ਫ਼ੋਨ ਨੰਬਰ ਹੈ 081 281 4261। दूसरा फ़ोन नंबर है 081 281 42 64। ਦੋਸਤੋ, ਸਾਨੂੰ ਤੁਹਾਡੀਆਂ फ़ोन कॉल्स ਦਾ ਇੰਤਜ਼ਾਰ ਰਹੂਗਾ। ਉਹਨਾਂ ਚਿਰ ਅਸੀਂ ਆਏ ਹੋਏ ਮਹਿਮਾਨ ਤੋਂ ਵਿਸ਼ੇ ਸੰਬੰਧੀ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ। ਡਾਕਟਰ ਰਮਨਦੀਪ ਜੀ, 20 ਸਾਲ ਦਾ ਤੁਹਾਡਾ ਤਜਰਬਾ, 1000 ਪ੍ਰੋਡਕਟਸ ਤੁਸੀਂ ਕਿਸਾਨਾਂ ਨੂੰ ਤਿਆਰ ਕਰਵਾ ਚੁੱਕੇ ਹੋ ਉਹਨਾਂ ਦੇ ਕੋਲੋਂ ਤੇ ਖਪਤਕਾਰਾਂ ਨੂੰ ਦੇ ਚੁੱਕੇ ਹੋ। ਸੋ ਜੇ ਅਸੀਂ ਗੱਲ ਕਰੀਏ ਖੇਤੀਬਾੜੀ ਨੂੰ ਵਪਾਰ ਬਣਾਉਣ ਦੀ, ਤਾਂ ਕਿਵੇਂ ਇਹਨੂੰ ਵਪਾਰ ਬਣਾਇਆ ਜਾ ਸਕਦਾ? ਚੌਹਾਨ ਸਾਹਿਬ, ਅੱਜ ਦੇ ਸਮੇਂ ਦੇ ਇੱਕ ਬਹੁਤ ਅਸੀਂ ਕਹਿ ਲਓ ਖੜੋਤ ਸਾਡੀ ਖੇਤੀਬਾੜੀ ਦੇ ਵਿੱਚ ਆ ਚੁੱਕੀ ਆ। ਪੈਦਾਵਾਰ ਦੇ ਖੇਤਰ ਦੇ ਵਿੱਚ ਅਸੀਂ ਕਾਫੀ ਮੱਲਾਂ ਮਾਰੀਆਂ, ਪਰ ਜਿਹੜੀ ਖੜੋਤ ਆਈ ਆ ਉਹਦਾ ਕਾਰਨ ਕੁਛ ਜਿਹੜੇ ਉਹ ਇਹ ਹੈ ਕਿ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਨਹੀਂ ਦੇ ਸਕੇ, ਜਾਂ ਕਹਿ ਲਓ ਕਿ ਅਸੀਂ ਲੇਟ ਹੋ ਗਏ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣ ਦੇ ਵਿੱਚ। ਸੋ ਇੱਥੇ ਮੈਂ ਆਪਣੇ ਜ਼ਿਮੀਂਦਾਰ ਭਰਾਵਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਅਸੀਂ ਜਿਣਸ ਪੈਦਾ ਕਰਨ ਦੇ ਖੇਤਰ ਦੇ ਵਿੱਚ ਨੰਬਰ 1 ਹੋ ਚੁੱਕੇ ਹਾਂ। ਇਹ 'ਚ ਸਾਡੇ ਕੋਲੇ ਕੋਈ ਸ਼ੱਕ ਦੀ ਗੁੰਜਾਇਸ਼ ਸਾਡੇ ਕੋਲੇ ਨਹੀਂ ਆ। ਸਾਰੀ ਦੁਨੀਆ ਜਾਣਦੀ ਆ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੀ ਉਹ ਜਿਣਸ ਦੇ ਵਿੱਚ ਨੰਬਰ 1 ਪੈਦਾ ਕਰਨ ਦੇ ਵਿੱਚ ਅਸੀਂ ਹੈਗੇ ਹਾਂ। ਪਰ ਇਹਦੇ ਵਿੱਚ ਜਿਹੜੀ ਮੇਨ ਚੁਣੌਤੀ ਇਹ ਹੈ ਕਿ ਅਸੀਂ ਉਸ ਜਿਣਸ ਨੂੰ ਬਦਲ ਕੇ ਉਹਨੂੰ ਪਕਾ ਕੇ ਪ੍ਰੋਡਕਟ ਦੇ ਰੂਪ ਦੇ ਵਿੱਚ ਖਪਤਕਾਰਾਂ ਦੀ ਝੋਲੀ ਦੇ ਵਿੱਚ ਪਾਉਣ ਦੇ ਅਸੀਂ ਸਮਰਥ ਰਹੇ। ਅਸੀਂ ਥੋੜ੍ਹਾ ਉਹਦੇ ਵਿੱਚ ਲੇਟ ਹਾਂ। ਅਸੀਂ ਵੈਲਿਊ ਐਡੀਸ਼ਨ ਨਹੀਂ ਕਰ ਪਏ ਆਪਣੀ ਜਿਣਸ ਦੇ ਵਿੱਚ। ਅਸੀਂ ਪੈਕੇਜਿੰਗ ਦੇ ਵਿੱਚ ਪਿੱਛੇ ਰਹਿ ਗਏ। ਅਸੀਂ ਲੇਬਲਿੰਗ ਦੇ ਵਿੱਚ ਪਿੱਛੇ ਰਹਿ ਗਏ। ਅਸੀਂ ਖਪਤਕਾਰਾਂ ਦੇ ਝੁੰਡਾਂ ਦੀਆਂ ਜ਼ਰੂਰਤਾਂ ਨੂੰ ਫੜਨ ਦੇ ਵਿੱਚ ਪਿੱਛੇ ਰਹਿ ਗਏ। ਕਿਤੇ ਨਾ ਕਿਤੇ ਅਸੀਂ ਸਰਕਾਰ 'ਤੇ ਜ਼ਿਆਦਾ ਨਿਰਭਰ ਹੋ ਗਏ ਕਿ ਸਰਕਾਰ ਹੀ ਸਾਡੀ ਜਿਣਸ ਚੱਕੇ। ਇੱਥੇ ਸੁਨੇਹੇ ਦੇ ਰੂਪ 'ਚ ਮੈਂ ਦੱਸਣਾ ਚਾਹੂੰਗਾ, ਜੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਸ ਜਿਹੜੇ ਵੀ ਗੱਲਾਂ ਮੈਂ ਕੀਤੀਆਂ ਇਹਨਾਂ ਵੱਲ ਜ਼ਿਮੀਂਦਾਰ ਭਰਾਵਾਂ ਨੂੰ ਝੁਕਾਅ ਰੱਖਣਾ ਪਊਗਾ। ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਗੱਲਾਂ ਵੱਲ ਝੁਕਾਅ ਰੱਖਣਾ ਪਊਗਾ। ਤਾਂ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੀ ਜ਼ਿਮੀਂਦਾਰਾਂ ਨੇ ਇਸ ਗੱਲ ਨੂੰ ਪੱਲੇ ਬੰਨ੍ਹਿਆ, ਗੱਠ ਬੰਨ੍ਹੀ ਹੈ ਇਸ ਗੱਲ ਦੇ ਨਾਲ, ਤਾਂ ਉਹ ਜ਼ਿਮੀਂਦਾਰਾਂ ਨੇ ਤਰੱਕੀ ਕੀਤੀ ਹੈ। ਅਤੇ ਉਹਨਾਂ ਦੇ ਪਰਿਵਾਰਾਂ ਨੇ, ਸਾਰੇ ਪਰਿਵਾਰ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ, ਵੈਲਿਊ ਐਡੀਸ਼ਨ ਕਰਕੇ, ਪ੍ਰੋਡਕਟਸ ਬਣਾ ਕੇ ਆਪ ਖੁਦ ਮੰਡੀਕਰਨ ਕਰਨ ਦੇ ਵਿੱਚ ਸਮਰੱਥ ਰਹੇ ਨੇ। ਖਪਤਕਾਰਾਂ ਨਾਲ ਸਿੱਧੇ ਜੁੜੇ ਨੇ, ਉਹਦੇ ਨਾਲ ਮੁਨਾਫੇ ਦੇ ਵਿੱਚ ਇਜ਼ਾਫਾ ਜਿਹੜਾ ਉਹ ਕਰ ਸਕੇ। ਬਿਲਕੁਲ ਡਾਕਟਰ ਰਮਨਦੀਪ ਜੀ, ਅਸੀਂ ਦੇਖਦੇ ਹਾਂ ਕਿ ਕੁਝ ਕੁ ਸਮੇਂ ਤੋਂ ਸਾਡੇ ਜਿਹੜੇ ਪਿੰਡਾਂ ਦੇ ਫਾਰਮਰ ਨੇ ਜਾਂ ਕਿਸਾਨ ਬੀਬੀਆਂ ਨੇ, ਕੁਝ ਕੁ ਤਾਂ ਅੱਗੇ ਆਈਆਂ, ਪਰ ਉਹਨਾਂ ਨੂੰ ਵੀ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਜੇ ਅਸੀਂ ਗੱਲ ਕਰੀਏ ਖੇਤੀ ਨੂੰ ਵਪਾਰ ਬਣਾਉਣ ਦੀ, ਤਾਂ ਇਹਦੇ ਵਿੱਚ ਫਿਰ ਕਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਉਹ ਇਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ? ਦੇਖੋ, ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਜਿਹੜਾ ਮੈਂ ਪਹਿਲਾ ਸੁਨੇਹਾ ਦਿੱਤਾ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਅੱਜ ਸਾਨੂੰ ਮੋੜੇ ਦੇ ਰੂਪ ਦੇ ਵਿੱਚ ਸਾਨੂੰ ਮੁੜਨਾ ਪਊਗਾ। ਸਾਨੂੰ ਆਪਣੇ ਆਪ ਨੂੰ ਸਮਝਾਉਣਾ ਪਊਗਾ ਕਿ ਜਿੰਨੀ ਜਿਣਸ ਅਸੀਂ ਪੈਦਾ ਕਰਦੇ ਹਾਂ, ਜੇ ਅਸੀਂ ਫਲਾਂ ਦੇ ਖੇਤਰ ਦੇ ਵਿੱਚ ਲਈਏ, ਸਬਜ਼ੀਆਂ ਦੇ ਖੇਤਰ ਦੇ ਵਿੱਚ ਲਈਏ, ਸਬਜ਼ੀ ਅਤੇ ਫਲਾਂ ਦੇ ਵਿੱਚ ਅਸੀਂ ਤਕਰੀਬਨ 30 ਤੋਂ ਲੈ ਕੇ 40% ਜਿਣਸ ਹੈ ਜਿਹੜੀ ਉਹ ਅਜਾਇਆਂ ਗਵਾ ਲੈਂਦੇ ਹਾਂ। ਅਤੇ ਜੇ ਅਸੀਂ ਗ੍ਰੇਨਸ ਦੇ ਵਿੱਚ ਲਈਏ, ਦਾਣੇਦਾਰ ਫਸਲਾਂ 'ਚ ਲਈਏ, ਤਾਂ 10% ਸਾਡੀ ਬਰਬਾਦੀ ਹੋ ਜਾਂਦੀ ਆ, ਪੋਸਟ ਹਾਰਵੈਸਟ ਲਾਸਿਸ ਜਿਹਨੂੰ ਆਪਾਂ ਕਹਿੰਦੇ ਹਾਂ ਜੀ। ਅਤੇ ਜੇ ਅਸੀਂ ਦੁੱਧ ਦੇ ਖੇਤਰ 'ਚ ਲਈਏ ਤਾਂ 1% ਅਸੀਂ ਉੱਥੇ ਵੀ ਗਵਾ ਲੈਂਦੇ ਹਾਂ। ਸੋ ਕੁੱਲ ਮਿਲਾ ਕੇ ਜੇ ਅਸੀਂ ਇਹ ਸਾਰਾ ਮੁਲਾਂਕਣ ਕਰਦੇ ਹਾਂ, ਜਦੋਂ ਸਾਡੀ ਖੇਤੀ ਖੋਜ ਦੇ ਨਤੀਜੇ ਆਉਂਦੇ ਆ ਕਿ ਜਦੋਂ ਅਸੀਂ ਇਹ ਸਾਰਾ ਮੁਲਾਂਕਣ ਕਰਦੇ ਹਾਂ, ਅਸੀਂ ਸਾਰੇ ਯੂਰਪ ਨੂੰ ਫੀਡ ਕਰ ਸਕਦੇ ਹਾਂ। ਚੌਹਾਨ ਸਾਹਿਬ, ਇੱਥੇ ਮੈਂ ਇਹ ਗੱਲ ਦੱਸਣਾ ਚਾਹੂੰਗਾ ਕਿ ਅਸੀਂ ਸਾਰੀਆਂ ਗੱਲਾਂ ਦੇ ਵਿੱਚ ਅੱਗੇ ਹਾਂ। ਸਿਰਫ ਅਤੇ ਸਿਰਫ ਜਿਹੜੀ ਇਹ 30-40%, 30 ਤੋਂ ਲੈ ਕੇ 40% ਜਿਹੜੀਆਂ ਅਸੀਂ ਸਬਜ਼ੀਆਂ ਖਵਾ ਲੈਂਦੇ ਹਾਂ, ਜਿਹੜੀ ਅਸੀਂ ਦਾਣੇਦਾਰ ਫਸਲਾਂ 10% ਗਵਾ ਲੈਂਦੇ ਹਾਂ, ਵੇਸਟ ਕਰ ਲੈਂਦੇ ਹਾਂ, ਜਿਹੜੀ 1% ਅਸੀਂ ਦੁੱਧ ਵੇਸਟ ਕਰ ਰਹੇ ਹਾਂ, ਜੇ ਅਸੀਂ ਇਸ ਪਾਸੇ ਨੂੰ ਮੁੜ ਜਾਈਏ ਕਿ ਇਹਦੀ ਵੈਲਿਊ ਐਡੀਸ਼ਨ ਕਰਕੇ ਪ੍ਰੋਡਕਟਸ ਬਣਾ ਕੇ ਖਪਤਕਾਰਾਂ ਦੀ ਝੋਲੀ 'ਚ ਪਾਈਏ, ਤਾਂ ਮੈਨੂੰ ਲੱਗਦਾ ਕਿ ਇਹ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਵੇਸਟੇਜ ਨੂੰ ਖਪਤਕਾਰਾਂ ਤੱਕ, ਵੇਸਟੇਜ ਨੂੰ ਪਹਿਲਾਂ ਤਾਂ ਰੋਕਣਾ ਕਿਵੇਂ ਆ, ਫਿਰ ਉਸ ਵੇਸਟੇਜ ਨੂੰ ਰੋਕਣ ਦਾ ਤਰੀਕਾ ਜ਼ਰੀਆ ਇਹੀ ਹੈ ਕਿ ਪ੍ਰੋਡਕਟਸ ਬਣਾ ਕੇ ਟੈਕਨੋਲੋਜੀ ਦੇ ਜ਼ਰੀਏ ਪ੍ਰੋਸੈਸਿੰਗ ਕਰਕੇ, ਮੰਡੀਕਰਨ ਦੇ ਕੁਝ ਨੁਕਤੇ ਸਿੱਖ ਕੇ, ਖਪਤਕਾਰ ਦੀਆਂ ਜ਼ਰੂਰਤਾਂ ਨੂੰ ਸਿੱਖ ਕੇ ਜੋੜ ਕਰ ਦਈਏ ਜੇ, ਤਾਂ ਮੈਨੂੰ ਲੱਗਦਾ ਇਹੀ ਇੱਕ ਸੁਮੇਲ ਹੈ ਜਿਹੜਾ ਸਾਡੀ ਖੇਤੀਬਾੜੀ ਨੂੰ ਜਿਹੜੀ ਸੰਕਟ ਦੇ ਵਿੱਚ ਸਾਡੀ ਖੇਤੀਬਾੜੀ ਆ ਉਹ 'ਚੋਂ ਉਭਾਰ ਕੇ ਬਾਹਰ ਲੈ ਕੇ ਆ ਸਕੂਗਾ। ਇਹੀ ਇੱਕ ਜੋੜ ਹੈ। ਜ਼ਿਮੀਂਦਾਰ ਭਰਾਵਾਂ ਨੂੰ ਸਾਰਿਆਂ ਨੂੰ ਰਲ ਕੇ ਕੋਸ਼ਿਸ਼ ਕਰਨੀ ਪਊਗੀ। ਠੀਕ ਹੈ, ਮੈਂ ਸਮਝਦਾ ਕਿ ਮੰਡੀਕਰਨ ਦੇ ਸਿਧਾਂਤ ਸਿੱਖਣੇ ਔਖੇ ਆ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਰੇ ਅਦਾਰਿਆਂ ਨਾਲ ਜੁੜਿਆ ਜਾ ਸਕਦਾ ਜਿਹੜੇ ਮੰਡੀਕਰਨ ਦੇ ਸਿਧਾਂਤ ਵੀ ਉਹਨਾਂ ਨੂੰ ਸਿਖਾ ਸਕਦੇ ਆ।
ਪਰਿਵਾਰ ਦੇ ਸਾਰੇ ਮੈਂਬਰ ਵੀ ਜਿੱਦਾਂ ਮੈਂ ਪਹਿਲਾਂ ਦੱਸਿਆ ਉਹ ਸਾਰੇ ਰਲ ਕੇ ਕੁਛ ਨਾ ਕੁਛ ਨਵੀਆਂ ਗੱਲਾਂ ਸਿੱਖ ਕੇ ਐਜੂਕੇਸ਼ਨ ਨੂੰ ਅਪਣਾਉਣਾ ਪਊਗਾ। ਸੋ ਜਿਹੜਾ ਪਰਿਵਾਰ ਐਜੂਕੇਸ਼ਨ ਨਾਲ ਜੁੜ ਗਿਆ, ਜਿਹੜਾ ਜ਼ਿਮੀਂਦਾਰ ਪਰਿਵਾਰ ਜਜ਼ਬਾ ਰੱਖ ਗਿਆ, ਜਿਹੜਾ ਜ਼ਿਮੀਂਦਾਰ ਪਰਿਵਾਰ 8 ਘੰਟੇ ਕੰਮ ਕਰਨ ਦਾ ਤਹੀਆ ਰੱਖ ਗਿਆ, ਦੋਸਤੋ ਮੈਨੂੰ ਲੱਗਦਾ ਕਿ ਇਹ 3 ਚੀਜ਼ਾਂ ਜੇ ਤੁਸੀਂ ਵਿੱਦਿਆ ਨਾਲ ਜੁੜ ਗਏ, ਜੇ ਤੁਸੀਂ ਜਜ਼ਬਾ ਰੱਖ ਲਿਆ ਕਿ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ, ਤੇ ਤੀਜੀ ਗੱਲ ਜੇ ਤੁਸੀਂ 8 ਘੰਟੇ ਕੰਮ ਕਰਨ ਦਾ ਵੀ ਇੱਕ ਨੀਤੀ ਬਣਾ ਲਈ ਪਰਿਵਾਰ ਦੇ ਵਿੱਚ, ਤਾਂ ਡੈਫੀਨਿਟਲੀ ਜੇ ਪਰਿਵਾਰ ਦੇ 4 ਮੈਂਬਰ ਆ ਤਾਂ ਅਸੀਂ ਸਮੇਂ ਨੂੰ ਮਲਟੀਪਲਾਈ ਕਰਤਾ, 4 ਜਰਬੇ 8 32 ਘੰਟੇ ਹੋ ਗਏ। ਅਸੀਂ ਜਦੋਂ ਸਮਾਂ ਵਧਾ ਲਿਆ ਤਾਂ ਮੁਨਾਫਾ ਵੀ ਵੱਧ ਗਿਆ, ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦਿੱਤਾ ਜਾ ਸਕਦਾ। ਮੂਲ ਰੂਪ 'ਚ ਆਹੀ 2-3 ਚੁਣੌਤੀਆਂ ਦਿਖਦੀਆਂ ਕਿ ਸਾਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ। ਚੌਹਾਨ ਸਾਹਿਬ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਰਾ ਪਰਿਵਾਰ ਰਲ ਕੇ ਜੇ ਅਸੀਂ ਕੋਈ ਨਾ ਕੋਈ ਕਿੱਤਾ ਕਰਾਂਗੇ ਤਾਂ ਅੱਗੇ ਵੀ ਵੱਧ ਸਕਦੇ ਹਾਂ, ਇਹਨਾਂ ਚੁਣੌਤੀਆਂ ਨੂੰ ਅਸੀਂ ਕਿਤੇ ਪਿੱਛੇ ਛੱਡ ਸਕਦੇ ਹਾਂ। ਸੋ ਇੱਕ ਫੋਨ ਕਾਲ ਲੈ ਲਈਏ ਜੀ, ਆਪਾਂ ਡਿਸਕਸ਼ਨ ਜਾਰੀ ਰੱਖਾਂਗੇ। ਹੈਲੋ ਜੀ ਜੀ ਹੈਲੋ ਗੱਲ ਜੀ ਜੀ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਜੀ ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਤੱਕ, ਤੁਸੀਂ ਆਪਣਾ ਸਵਾਲ ਕਰੋ ਤੇ ਟੀਵੀ ਸੈੱਟ ਹੈਲੋ ਹਾਂਜੀ ਸਰ ਜੀ, ਅਸੀਂ ਪੁੱਛਣਾ ਚਾਹੁੰਦੇ ਕਿ ਖੇਤੀ ਵਿੱਚ ਜਿਹੜੇ ਵਪਾਰ ਬਾਰੇ ਤੁਸੀਂ ਅੱਜ ਵਿਸ਼ਾ ਰੱਖਿਆ ਜੀ ਵੀ ਉਹਦੇ ਵਿੱਚ ਸਾਨੂੰ ਮਾਰਕੀਟ ਦੇ ਵਿੱਚ ਕੀ ਕੀ ਕੁਝ ਕਰਨਾ ਚਾਹੀਦਾ ਜਾਂ ਆਪਣੇ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੇਚਣਾ ਚਾਹੀਦਾ ਸਰ ਜੀ? ਜੀ ਗੁਰਦੀਪ ਸਿੰਘ ਜੀ ਤੁਸੀਂ ਲੁਧਿਆਣੇ ਤੋਂ ਪ੍ਰੋਗਰਾਮ ਦੇ ਵਿੱਚ ਸਾਨੂੰ ਯਾਦ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਬੜਾ ਅੱਛਾ ਗੁਰਦੀਪ ਜੀ ਨੇ ਸਵਾਲ ਕੀਤਾ ਕਿ ਗੁਰਦੀਪ ਸਿੰਘ ਜੀ ਇਹਦੇ ਵਿੱਚ ਮੈਂ ਮੂਲ ਰੂਪ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਵਸਤੂ ਤੇ ਸਾਨੂੰ ਕਾਬਜ ਹੋਣਾ ਹੀ ਪੈਣਾ। ਸਾਨੂੰ ਜਿਹੜੀ ਵੀ ਜਿਣਸ ਤੁਸੀਂ ਪੈਦਾ ਕਰਦੇ ਹੋ, ਜੇ ਸਬਜ਼ੀਆਂ ਪੈਦਾ ਕਰਦੇ ਹੋ ਤਾਂ ਸਾਨੂੰ 10% ਜਿਣਸ ਨੂੰ ਮੋੜ ਕੇ ਵੈਲਿਊ ਐਡ ਕਰਕੇ ਉਹ ਤੋਂ ਜੈਮ, ਜੈਲੀ, ਸਕੁਐਸ਼, ਪਿਕਲ ਜੋ ਵੀ ਤੁਸੀਂ ਸਬਜ਼ੀਆਂ ਤੇ ਫਲਾਂ ਤੋਂ ਬਣਾ ਸਕਦੇ ਹੋ, ਜੇ ਤੁਸੀਂ ਸਬਜ਼ੀਆਂ ਤੇ ਫਲ ਪੈਦਾ ਕਰਦੇ ਹੋ ਉਹਨੂੰ 10% ਮੋੜ ਕੇ ਤੁਸੀਂ ਜੇ ਆਪਦੇ ਘਰ ਦੇ ਵਿੱਚ ਇਹ ਗੱਲਾਂ ਨੂੰ ਅਪਣਾ ਕੇ ਪ੍ਰੋਡਕਟ ਦੇ ਰੂਪ ਦੇ ਵਿੱਚ ਵਸਤੂ ਤੇ ਕਾਬਜ ਹੋ ਕੇ ਖਪਤਕਾਰਾਂ ਨਾਲ ਜੁੜੋਗੇ ਤਾਂ ਚੌਹਾਨ ਸਾਹਿਬ ਇੱਥੇ ਸੁਨੇਹੇ ਦੇ ਵਿੱਚ ਇੱਕ ਗੱਲ ਬਹੁਤ ਇੰਪੋਰਟੈਂਟ ਹੈ ਜਿਹੜੀ ਜ਼ਿਮੀਂਦਾਰ ਭਰਾਵਾਂ ਨੂੰ ਨੋਟ ਕਰਨੀ ਚਾਹੀਦੀ ਹੈ ਕਿ ਜਦੋਂ ਉਹ ਇਸ ਕਿੱਤੇ ਨਾਲ ਜੁੜ ਗਏ ਤਾਂ ਉਹਨਾਂ ਦੀ ਛਮਾਹੀ ਆਮਦਨ ਜਿਹੜੀ ਹਾੜੀ ਸੌਣੀ ਦੀ ਆਮਦਨ ਆ ਉਹਦੇ ਨਾਲ ਨਾਲ ਮਹੀਨੇ ਦੀ ਆਮਦਨ, ਹਫ਼ਤੇ ਦੀ ਆਮਦਨ ਤੇ ਦਿਹਾੜੀ ਦੀ ਆਮਦਨ ਜਿਹੜੀ ਐਡ ਹੋਣੀ ਸ਼ੁਰੂ ਹੋ ਜਾਣੀ ਆ। ਸੋ ਮੂਲ ਰੂਪ ਦੇ ਵਿੱਚ ਇੱਕ ਸਿਧਾਂਤ ਹੈ ਕਿ ਜੇ ਤੁਸੀਂ ਰੈਗੂਲਰ ਆਮਦਨ ਲੈ ਰਹੇ ਹੋ ਤਾਂ ਤੁਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇ ਸਕਦੇ ਹੋ। ਬਹੁਤ ਅੱਛੀ ਗੱਲ ਕੀਤੀ ਗੁਰਦੀਪ ਜੀ ਹੋਣੀ ਨੇ ਕਿ ਹਜ਼ਾਰਾਂ ਹੀ ਜ਼ਿਮੀਂਦਾਰ ਆ ਜਿਨ੍ਹਾਂ ਨੇ ਪ੍ਰੋਡਕਟਸ ਬਣਾਈਆਂ। ਰਾਹ ਨਵਾਂ ਹੈ ਪਰ ਸੌਖਾ ਹੈ। ਜੇ ਅਸੀਂ ਤੁਰ ਪਈਏ ਇਸ ਰਾਹ ਤੇ ਦਿਸ਼ਾ ਨਿਰਦੇਸ਼ ਲੈ ਕੇ ਤਾਂ ਮੈਨੂੰ ਲੱਗਦਾ ਕਿ ਭੱਜਾਂਗੇ, ਦੌੜਾਂਗੇ ਔਰ ਦਿਸ਼ਾ ਨਿਰਦੇਸ਼ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ। ਉਹਦੇ ਲਈ ਅਸੀਂ ਤਤਪਰ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਔਰ ਹਮੇਸ਼ਾ ਅਸੀਂ ਟ੍ਰੇਨਿੰਗ ਦਿੰਦੇ ਵੀ ਰਹੇ ਹਾਂ, ਦਿੰਦੇ ਵੀ ਰਵਾਂਗੇ। ਤੁਸੀਂ ਜਿਹੜਾ ਵੀ ਸਵਾਲ ਪੁੱਛੋਗੇ ਉਹਦਾ ਜਵਾਬ ਤੁਹਾਨੂੰ ਮਿਲੂਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ। ਸਾਰੀ ਤਕਨੀਕੀ ਜਾਣਕਾਰੀ ਦਿੱਤੀ ਜਾਊ। ਡਾਕਟਰ ਸਾਹਿਬ ਬਿਲਕੁਲ ਲੋੜ ਹੈ ਇੱਥੇ ਸਾਡੇ ਕਿਸਾਨਾਂ ਨੂੰ ਅਵੇਅਰ ਕਰਨ ਦੀ। ਸਾਡੇ ਵਿਭਾਗ ਨੇ ਜਾਂ PAU ਜੇ ਕਿਸਾਨਾਂ ਨੂੰ ਇਸ ਤਰ੍ਹਾਂ ਆਉਣ ਲਈ ਇਸ ਪਾਸੇ ਨੂੰ ਪ੍ਰੇਰਿਤ ਕਰੂਗੀ ਨਾ ਤਾਂ ਮੇਰਾ ਖਿਆਲ ਹੈ ਕਿਸਾਨ ਵੀ ਅੱਗੇ ਜ਼ਰੂਰ ਆਉਣਗੇ। ਡਾਕਟਰ ਸਾਹਿਬ ਇੱਕ ਹੋਰ ਫੋਨ ਕਾਲਰ ਜਿਹੜੇ ਨੇ ਆਪਾਂ ਪਹਿਲਾਂ ਲੈ ਲਈ ਫੋਨ ਕਾਲ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਰ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਸੀਂ ਆਪਣੇ ਟੀਵੀ ਸੈੱਟ ਦੀ ਆਵਾਜ਼ ਘੱਟ ਕਰੋ। ਕੁਲਦੀਪ ਸਿੰਘ ਸਾਂਗਰਾ ਬੋਲਦਾ ਸੁਲਤਾਨਪੁਰ ਲੋਧੀ ਤੋਂ। ਜੀ ਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ, ਤੁਸੀਂ ਸਵਾਲ ਕਰੋ ਤੇ ਟੀਵੀ ਦੀ ਆਵਾਜ਼ ਘੱਟ ਕਰੋ। ਹਾਂ ਸਰ ਬੇਨਤੀ ਇਹ ਹੈ ਕਿ ਮੈਂ ਸਾਰਾ ਹੁਣਾਂ ਦਾ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਦੇਖਿਆ ਸੀ, ਮੇਰਾ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਆਏ ਸੀਗੇ ਜੀ 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 ਆਏ ਸੀ। ਇਹਨਾਂ ਨੇ ਬੜੀਆਂ ਵਧੀਆ ਗੱਲਾਂ ਦੱਸੀਆਂ ਸੀਗੀਆਂ ਤੇ ਹੁਣ ਇਹ ਆ ਕਿ ਇਹ ਜਿਸ ਤਰ੍ਹਾਂ ਮੰਨ ਲਓ ਗੱਲਬਾਤ ਕਰਕੇ ਚਲੇ ਗਏ, ਇਹਨਾਂ ਨੇ ਸਾਨੂੰ ਬੜੇ ਵਧੀਆ ਨੁਕਤੇ ਦੱਸਦੇ, ਸਾਰੀ ਗੱਲ ਸਾਨੂੰ ਸਮਝਾਤੀ, ਸਾਡੇ ਮਨ 'ਚ ਵੀ ਆ ਜਾਂਦੀ। ਫਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਸਾਨਾਂ ਨੂੰ ਵੀ ਅਸੀਂ ਕਿੱਥੇ ਜਾਈਏ, ਕਿਵੇਂ ਕਿਸ ਦੇ ਨਾਲ ਸੰਪਰਕ ਕਰੀਏ। ਜੇ ਕਿਰਪਾ ਕਰਕੇ ਜਿਹੜੇ ਸਾਡੇ ਸੂਝਵਾਨ ਸੱਜਣ ਜਾਂ ਡਾਕਟਰ ਸਾਹਿਬ ਆਉਂਦੇ ਨੇ, ਜੇ ਕਿਰਪਾ ਕਰਕੇ ਆਪਣਾ ਇਹਨਾਂ ਦਾ ਨੰਬਰ ਸਾਨੂੰ ਮਿਲ ਜਾਵੇ, ਇਹਨਾਂ ਨਾਲ ਅਸੀਂ ਸੰਪਰਕ ਕਰ ਸਕੀਏ। ਫਿਰ ਅਸੀਂ ਚਾਹੁੰਦੇ ਅਸੀਂ ਹੈਗੇ ਹਾਂ, ਮੈਂ ਵੀ ਖੇਤੀ ਵੀ ਸ਼ੁਰੂ ਕਰ ਰੱਖੀ ਹੈ ਤੇ ਹੋਰ ਵੀ ਅਸੀਂ ਖੇਤੀਬਾੜੀ ਸਬਜ਼ੀਆਂ ਵਾਲੇ ਪਾਸੇ ਲਾਉਣਾ ਚਾਹੁੰਦੇ ਹਾਂ। ਪਰ ਸਾਨੂੰ ਥੋੜਾ ਜਿਹਾ ਮਾਰਗਦਰਸ਼ਕ ਚਾਹੀਦਾ। ਜੇ ਮਾਰਗਦਰਸ਼ਕ ਮਿਲ ਜਾਵੇ ਸਾਨੂੰ, ਅਸੀਂ ਕਿਸੇ ਨਾ ਕਿਸੇ ਸੰਪਰਕ ਕਰਕੇ ਉਸ ਸੰਪਰਕ ਦੇ ਵਿੱਚ ਆ ਕੇ ਮੰਡੀਕਰਨ ਨੂੰ ਵੀ ਅਪਣਾ ਲਈਏ, ਸਾਰਾ ਕੁਝ ਕਰੀਏ ਤੇ ਕਿਸਾਨ ਪਿੱਛੇ ਹਟਣ ਵਾਲਾ ਨਹੀਂ, ਕਿਸਾਨ ਤਾਂ ਅੱਗੇ ਆਉਣਾ ਚਾਹੁੰਦਾ ਜੀ। ਬਿਲਕੁਲ ਕੁਲਦੀਪ ਸਿੰਘ ਜੀ ਤੁਹਾਡਾ ਅਸੀਂ ਸਵਾਲ ਸਮਝ ਗਏ ਹਾਂ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਪ੍ਰੋਗਰਾਮ ਦੇ ਵਿੱਚ ਸਾਨੂੰ ਯਾਦ ਕੀਤਾ ਹੈ। ਡਾਕਟਰ ਸਾਹਿਬ ਬਿਲਕੁਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਅਵੇਅਰਨੈਸ ਦੀ, ਕਿਸਾਨ ਕਿੱਥੇ ਜਾਣ, ਕਿਉਂਕਿ ਬਹੁਤ ਕਰਨਾ ਚਾਹੁੰਦੇ ਆ ਕੰਮ ਬੰਦੇ ਤੇ ਉਹ ਜਾਣ ਕਿੱਧਰ ਨੂੰ। ਥੋੜਾ ਜਿਹਾ ਤੁਸੀਂ ਸਾਡੇ ਕਿਸਾਨ ਗੁਰਦੀਪ ਸਿੰਘ ਜੀ ਨੇ ਬੜੀ ਅੱਛਾ ਇੱਕ ਪਹਿਲੂ ਜਿਹੜਾ ਛੇੜਨ ਦੀ ਕੋਸ਼ਿਸ਼ ਕੀਤੀ ਹੈ ਕਿ
ਪਹਿਲੀ ਗੱਲ ਤਾਂ ਮੈਂ ਇੱਥੇ ਇਹ ਦੱਸਣਾ ਚਾਹੂੰਗਾ ਕਿ ਕੋਈ ਇਹੋ ਜਿਹਾ ਦੀਵਾਰ ਨਹੀਂ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੀਵਾਰ ਬਾਰੇ ਸਾਰਾ ਪੰਜਾਬ ਜਾਣਦਾ, ਖੇਤੀਬਾੜੀ ਮਹਿਕਮੇ ਬਾਰੇ ਸਾਰਾ ਪੰਜਾਬ ਜਾਣਦਾ। ਤੁਸੀਂ ਜੀ ਸਦਕੇ ਮੋਸਟ ਵੈਲਕਮ, ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਆਓ। ਵਪਾਰ ਪ੍ਰਬੰਧ ਵਿਭਾਗ ਆ ਜੀ ਸਾਡਾ, ਉਹਦੇ ਵਿੱਚ ਤੁਸੀਂ ਆਓ। ਫੂਡ ਸਾਇੰਸ ਟੈਕਨੋਲੋਜੀ ਵਿਭਾਗ ਆ, ਉਹਦੇ ਵਿੱਚ ਆਓ। ਪ੍ਰੋਸੈਸਿੰਗ ਐਂਡ ਐਗਰੀਕਲਚਰ ਸਟਰਕਚਰ ਜਿਹੜਾ ਸਾਡਾ ਪ੍ਰੋਸੈਸਿੰਗ ਬਾਰੇ, ਤੁਹਾਨੂੰ ਵੈਲਿਊ ਐਡੀਸ਼ਨ ਬਾਰੇ, ਟੈਕਨੋਲੋਜੀ ਕਿਹੜੀ ਯੂਜ਼ ਹੋਣੀ ਆ, ਟ੍ਰੇਨਿੰਗ ਸਾਡੇ ਪ੍ਰੋਗਰਾਮ ਲੱਗਦੇ ਆ, ਉਹਨਾਂ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਪਲੱਸ ਅਸੀਂ ਇੱਕ ਨਵਾਂ ਸਿਸਟਮ ਅਪਣਾਇਆ ਕਿ ਜਿਹੜੇ ਜ਼ਿਮੀਂਦਾਰਾਂ ਤੋਂ ਅਸੀਂ ਪ੍ਰੋਡਕਟਸ ਬਣਾ ਕੇ ਖਪਤਕਾਰਾਂ ਦੀ ਝੋਲੀ 'ਚ ਪਵਾਇਆ, ਅਸੀਂ ਉਹਨਾਂ ਤੋਂ ਕਾਲ ਲੈਂਦੇ ਹਾਂ, ਉਹਨਾਂ ਤੋਂ ਅਸੀਂ ਪਹਿਲਾਂ ਸਹੁੰ ਖਵਾਉਂਦੇ ਹਾਂ ਕਿ ਵੀ ਜਦੋਂ ਅਸੀਂ ਸਿਖਾਵਾਂਗੇ ਤੁਹਾਨੂੰ ਵਪਾਰ, ਤੁਸੀਂ ਜ਼ਿਮੀਂਦਾਰਾਂ ਨੂੰ ਸਾਡੇ ਦੂਤ ਬਣ ਕੇ ਉਹ ਵਪਾਰ ਗਾਂ ਉਹਦਾ ਪਸਾਰ ਕਰੋਗੇ। ਸੋ ਜਿਹੜਾ ਵੀ ਖੇਤਰ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੇ ਆ, ਜਿਹੜੀ ਵੀ ਵਸਤੂ ਇਹ ਬਣਾਉਣਾ ਚਾਹੁੰਦੇ, ਜੇ ਸ਼ਹਿਦ ਦੇ ਖੇਤਰ 'ਚ ਆਉਣਾ ਚਾਹੁੰਦੇ, ਸਾਡੇ ਕੋਲੇ ਸ਼ਹਿਦ ਦੇ 500 ਜ਼ਿਮੀਂਦਾਰ ਆ ਜੀ, ਇੱਕ ਛੱਤ ਥੱਲੇ ਇਕੱਠੇ ਸੀ, ਉਹਨਾਂ ਨੂੰ ਇਹਨਾਂ ਨਾਲ ਜੋੜ ਦਾਂਗੇ। ਖੁੰਬਾਂ ਦੇ ਖੇਤਰ 'ਚ ਆਉਣਾ ਚਾਹੁੰਦੇ ਆ ਤਾਂ ਆਉਣ। ਫਲਾਂ ਤੇ ਸਬਜ਼ੀਆਂ ਦੇ ਖੇਤਰ ਦੇ ਵਿੱਚ ਆਉਣੇ, ਅਸੀਂ ਕਲੱਬ ਕਮੋਡਿਟੀ ਗਰੁੱਪਸ ਬਣਾਏ ਆ, ਉਹਨਾਂ 'ਚ ਅਸੀਂ ਸਾਰੇ ਜ਼ਿਮੀਂਦਾਰਾਂ ਨੂੰ ਜੋੜ ਦੇਣਾ। ਬਿਲਕੁਲ ਨਾ ਸੰਗੋ ਜ਼ਿਮੀਂਦਾਰ ਭਰਾਵੋ, ਇਹੀ ਇੱਕ ਰਸਤਾ, ਇਹੀ ਇੱਕ ਚੁਣੌਤੀ ਹੈ। ਜੇ ਤੁਸੀਂ ਇਸ ਰਸਤੇ ਨੂੰ ਫੜ ਲਿਆ, ਦਿਸ਼ਾ ਨਿਰਦੇਸ਼ ਲੈ ਲਿਆ, ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕ੍ਰਾਂਤੀ ਆ ਰਹੀ ਹੈ, ਕ੍ਰਾਂਤੀ ਆਊਗੀ, ਬਹੁਤ ਤੇਜ਼ੀ ਨਾਲ ਆ ਰਹੀ ਹੈ, ਔਰ ਤੁਸੀਂ ਇਸ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹੋ। ਬਿਲਕੁਲ ਡਾਕਟਰ ਅਮਨਦੀਪ ਜੀ, ਜੇ ਕੋਈ ਕਿਸਾਨ ਵੀਰ ਨਾ ਘਰੋਂ ਬਾਹਰ ਨਿਕਲਦਾ ਬਿਲਕੁਲ ਤਾਂ ਉਹ ਰਸਤੇ ਬਹੁਤ ਸਾਰੀਆਂ ਥਾਵਾਂ ਨੂੰ ਜਾਂਦੇ ਨੇ। ਸੋ ਕਿਸਾਨ ਵੀਰੋ ਦੇਖੋ, ਤੁਹਾਡੇ ਨੇੜੇ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਉਸ ਤੋਂ ਅੱਗੇ ਕ੍ਰਿਸ਼ੀ ਵਿਗਿਆਨ ਕੇਂਦਰ ਤੁਹਾਡੇ ਨੇੜੇ, ਉਸ ਤੋਂ ਅੱਗੇ ਵੀ ਤੁਸੀਂ ਜਾਂਦੇ ਹੋ ਤਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਵਿਭਾਗ ਦੇ ਵਿੱਚ ਆਓ। ਉੱਥੋਂ ਤੁਹਾਨੂੰ ਜਿਹੜੇ ਵਿਭਾਗ ਦੇ ਵਿੱਚ ਜਾਣਾ ਤੁਹਾਨੂੰ ਉੱਥੇ ਉਹਨੂੰ ਭੇਜਿਆ ਜਾਊਗਾ। ਸੋ ਲੋੜ ਆ ਸਿਰਫ ਘਰੋਂ ਬਾਹਰ ਨਿਕਲਣ ਦੀ ਤੇ ਕੁਝ ਕਰਨ ਦੀ, ਚਾਹ ਰੱਖਣ ਦੀ। ਡਾਕਟਰ ਸਾਹਿਬ, PAU ਦਾ ਤੇ ਹੋਰ ਮਹਿਕਮਿਆਂ ਦਾ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਹਾਂ, ਕੀ ਰੋਲ ਹੈ ਇਹਦੇ ਵਿੱਚ ਖੇਤੀ ਨੂੰ ਵਪਾਰ ਬਣਾਉਣ ਦੇ ਵਿੱਚ? ਦੇਖੋ ਜੀ, ਇਹਦੇ ਵਿੱਚ ਮੂਲ ਰੂਪ ਦੇ ਵਿੱਚ ਸਾਨੂੰ ਜੋ ਸਾਡਾ ਤਜਰਬਾ ਇਹ ਕਹਿੰਦਾ ਕਿ ਜ਼ਿਮੀਂਦਾਰ ਨਵੇਂ ਕੰਮ ਕਰਨੇ ਸ਼ੁਰੂ ਕਰਨਾ ਚਾਹੁੰਦੇ ਆ। ਸਾਡੇ ਕੋਲੇ ਮੈਂ ਤੁਹਾਨੂੰ ਉਦਾਹਰਨ ਦੇ ਰੂਪ ਦੇ ਵਿੱਚ ਇੱਥੇ ਗੱਲ ਸ਼ੇਅਰ ਕਰੂੰਗਾ ਕਿ ਅਸੀਂ ਸ਼ਹਿਦ ਦੇ ਵਪਾਰੀ ਸਾਰੇ ਇੱਕ ਛੱਤ ਥੱਲੇ ਇਕੱਠੇ ਕਰ ਲਏ। ਉਹਨਾਂ ਦੀਆਂ ਚੁਣੌਤੀਆਂ ਡਿਫਰੈਂਟ ਤਰ੍ਹਾਂ ਦੀਆਂ, ਅਸੀਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹਾਂ ਮਹੀਨੇ ਦੇ ਵਿੱਚ ਇੱਕ ਵਾਰੀ। ਉਹ ਸਾਨੂੰ ਦੱਸਦੇ ਆ ਜੀ ਸਾਨੂੰ ਪੈਕੇਜਿੰਗ ਦੀ ਸਮੱਸਿਆ, ਉਹਨਾਂ ਨੂੰ ਅਸੀਂ ਪੈਕੇਜਿੰਗ ਦਾ ਹੱਲ ਦਿੰਦੇ ਹਾਂ। ਜੇ ਉਹ ਦੱਸਦੇ ਆ ਕਿ ਸਾਨੂੰ ਲੇਬਲਿੰਗ ਦੀ ਸਮੱਸਿਆ, ਉਹਨਾਂ ਨੂੰ ਲੇਬਲਿੰਗ ਦਾ ਹੱਲ ਦਿੰਦੇ ਹਾਂ। ਜੇ ਉਹ ਕਹਿੰਦੇ ਸਾਨੂੰ ਕੀਮਤ ਨਿਰਧਾਰਿਤ ਕਰਨੀ ਨਹੀਂ ਆਉਂਦੀ, ਤਾਂ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਕਿ ਕੀਮਤ ਨਿਰਧਾਰਿਤ ਕਰਨ ਦੇ ਕਿਹੜੇ ਸਿਧਾਂਤ ਹੈ। ਜੇ ਉਹ ਕਹਿੰਦੇ ਆ ਕਿ ਸਾਨੂੰ ਵੰਡ ਪ੍ਰਣਾਲੀ ਸਿਖਾਓ ਜੀ, ਫਿਰ ਅਸੀਂ ਉਹਨਾਂ ਨੂੰ ਵੰਡ ਪ੍ਰਣਾਲੀ ਸਿਖਾਉਂਦੇ ਹਾਂ ਕਿ ਜੇ ਜਿਣਸ ਨੂੰ ਪਕਾ ਕੇ ਖਪਤਕਾਰਾਂ ਤੱਕ ਵੰਡਣਾ ਕਿਵੇਂ ਹੈ, ਉਹ ਵੀ ਇੱਕ ਸਿਧਾਂਤ ਹੈ ਜੀ। ਸੋ ਕੁੱਲ ਮਿਲਾ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਸਟਮਾਈਜ਼ਡ ਟ੍ਰੇਨਿੰਗ ਤੋਂ ਲੈ ਕੇ ਰੈਗੂਲਰ ਤੇ ਜਿਹੜੀਆਂ ਨਾਰਮਲ ਟ੍ਰੇਨਿੰਗ ਪ੍ਰੋਗਰਾਮਸ ਆ ਉਹ ਸਾਰੀਆਂ ਪ੍ਰਦਾਨ ਕਰਦੀਆਂ। ਲੋੜਨ ਜੋ ਜ਼ਰੂਰਤ ਕਿਸ ਚੀਜ਼ ਦੀ ਹੈ ਚੌਹਾਨ ਸਾਹਿਬ, ਜ਼ਰੂਰਤ ਸਿਰਫ ਦਰਾਂ ਤੇ ਪਹੁੰਚੋ। ਬਿਲਕੁਲ ਬਿਲकुल, ਤੁਹਾਨੂੰ ਅਸੀਂ ਅਟੈਂਡ ਕਰਾਂਗੇ। ਆਪਾਂ ਲੈ ਲਈਏ ਫੋਨ ਕਾਲ, ਆਪਾਂ ਇਹਨੂੰ ਜਾਰੀ ਰੱਖਾਂਗੇ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇਹ ਸਰਬਜੀਤ ਸਿੰਘ ਢਿੱਲੋਂ ਪੱਧਰੀ ਮੱਖੂ ਤੋਂ ਜੀ। ਜੀ ਢਿੱਲੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸਰ ਬੇਨਤੀ ਕਰਦੇ ਹਾਂ, ਅੱਜ ਖੇਤੀ ਵਪਾਰ ਵਿੱਚ ਚੁਣੌਤੀਆਂ ਤਾਂ ਬਹੁਤ ਆਉਂਦੀਆਂ। ਕਿਸਾਨ ਹਰ ਕੋਈ ਚਾਹੁੰਦਾ ਵਾ ਕਿ ਮੈਂ ਸਫਲਤਾ ਵੱਲ ਜਾਵਾਂ, ਪਰ ਮੰਡੀਕਰਨ ਦਾ ਜਿਹੜਾ ਪ੍ਰਬੰਧ ਆ ਉਹ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਆ। ਮੈਂ ਮੇਲੇ ਵੀ ਦੇਖਦਾ, ਉਹ ਮੰਡੀਕਰਨ ਦਾ ਪ੍ਰਬੰਧ ਹੈ ਨਹੀਂ। ਜਿਵੇਂ ਹੁਣੇ ਗੱਲ ਹੋਈ ਸੀ ਵੀ ਐਗਰੀਕਲਚਰ ਡਿਪਾਰਟਮੈਂਟ ਵਾਲੇ ਟ੍ਰੇਨਿੰਗ ਦਿੰਦੇ ਆ। ਟ੍ਰੇਨਿੰਗ ਪਿੰਡਾਂ ਦੇ ਵਿੱਚ, ਜੋ ਲੁਧਿਆਣਾ ਮੇਰੇ ਤੋਂ 100-150 ਕਿਲੋਮੀਟਰ ਦੂਰ ਆ, ਗਰੀਬ ਕਿਸਾਨ ਉੱਥੇ ਪਹੁੰਚਣ ਜੋਗਾ ਨਹੀਂ ਹੈਗਾ। ਪਿੰਡਾਂ ਦੇ ਵਿੱਚ ਕਦੋਂ ਟ੍ਰੇਨਿੰਗ ਲੱਗਦੀ ਹੈਗੀ? ਜਿਹੜੀਆਂ ਗੱਲਾਂ ਵਾ ਤੁਸੀਂ PAU ਲੁਧਿਆਣਾ ਜਾਂ TV ਤੇ ਆਣ ਕੇ ਕਰਦੇ ਹੋ, ਉਹ ਸਾਡੇ ਪਿੰਡਾਂ ਤੱਕ TV ਤੇ ਚਲੋ ਮਿਲ ਜਾਂਦੀਆਂ, ਪਰ ਪਿੰਡਾਂ 'ਚ ਤੁਹਾਡੇ ਜਿਹੜੇ ਮਹਿਕਮੇ ਦੇ ਬਾਕੀ ਲੋਕ ਜਿਹੜੇ ਬੈਠੇ ਹੈਗੇ, ਅਫਸਰ ਸਾਹਿਬਾਨ ਬੈਠੇ, ਉਹ ਨਹੀਂ ਪਹੁੰਚਦੀਆਂ ਹੈਗੀਆਂ ਉੱਥੇ ਘਰਾਂ ਦੇ ਵਿੱਚ। ਮਿਹਰਬਾਨੀ ਕਰਕੇ, ਮੈਂ ਜੁੜਿਆ ਹੈਗਾ 15-20 ਸਾਲ ਤੋਂ, ਚੰਗੀ ਖੇਤੀ ਕਰਦਾ, ਵਪਾਰ ਦੇ ਬਾਰੇ ਜਾਣਕਾਰੀ ਹੈਗੀ, ਪਰ ਆਮ ਲੋਕਾਂ ਨੂੰ ਨਹੀਂ ਮਿਲਦੀ ਹੈਗੀ। ਤੁਸੀਂ ਮੇਰੇ ਨਾਲ ਸੰਪਰਕ ਕਰਕੇ ਪਿੰਡਾਂ 'ਚ ਕੈਂਪ ਕਿਉਂ ਨਹੀਂ ਲਗਾਉਂਦੇ ਹੈਗੇ? ਬਿਲਕੁਲ ਸਰਬਜੀਤ ਸਿੰਘ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਸਵਾਲ ਕੀਤਾ ਆ, ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਬਹੁਤ ਦੂਰੋਂ ਤੁਸੀਂ ਸਾਨੂੰ ਯਾਦ ਕੀਤਾ, ਪੱਬਰੀ ਤੋਂ। ਡਾਕਟਰ ਸਾਹਿਬ ਦੇਖੋ, ਕਿਸਾਨਾਂ ਤੱਕ ਅਪਰੋਚ ਵਿਭਾਗ ਜ਼ਰੂਰ ਕਰਦੇ ਆ। ਲੋੜ ਹੈ ਸਿੱਖਣ ਵਾਲੇ ਬੰਦੇ ਨੂੰ, ਮੇਰਾ ਖਿਆਲ ਹੈ, ਸਿਖਾਉਣ ਦੀ। ਠੀਕ ਹੈ, ਜਿਹਦੇ ਮਨ ਦੇ ਵਿੱਚ ਤਾਂਗ ਹੈ ਵੀ ਮੈਂ ਆਹ ਚੀਜ਼ ਸਿੱਖਣੀ ਆ। ਦੇਖੋ ਜੀ, ਆਮ ਕੈਂਪ ਲਾ ਕੇ ਪਿੰਡ ਚ ਆ ਜਾਵਾਂਗੇ, ਮੈਨੂੰ ਨਹੀਂ ਲੱਗਦਾ ਉਹਦੇ ਵਿੱਚੋਂ ਕੋਈ ਬੰਦੇ ਬਾਹਰ ਆਉਂਦੇ। ਇਹ ਚੌਹਾਨ ਸਾਹਿਬ ਬੜੀ ਵਧੀਆ ਇਹਨਾਂ ਨੇ ਗੱਲ, ਚਲੋ ਇਹਨਾਂ ਦੇ ਮਨ ਦੀ ਜਿਹੜੀ ਗੱਲ ਸੀ ਇਹਨਾਂ ਨੇ ਕੀਤੀ, ਬਹੁਤ ਅੱਛੀ ਗੱਲ ਹੈ। ਗੱਲ ਉੱਭਰ ਕੇ ਸਾਹਮਣੇ ਆਉਣੀ ਚਾਹੀਦੀ ਹੈ। ਦੇਖੋ ਜ਼ਿਮੀਂਦਾਰ ਭਰਾਵੋ, ਇੱਕ ਸੁਨੇਹੇ ਦੇ ਰੂਪ ਦੇ ਵਿੱਚ ਮੈਂ ਇੱਥੇ ਗੱਲ ਕਰਨਾ ਚਾਹੂੰਗਾ ਕਿ ਤੁਹਾਨੂੰ ਅਸੀਂ ਕੈਂਪਾਂ ਦੇ ਜ਼ਰੀਏ, ਤੁਹਾਨੂੰ ਅਸੀਂ ਵਰਕਸ਼ਾਪਸ ਦੇ ਜਰੀਏ ਆਪਣਾ ਇੱਕ ਜੋੜਨ ਦਾ ਤਰੀਕਾ ਹੈ। ਅਸੀਂ ਤੁਹਾਨੂੰ ਉੱਥੇ ਜਾ ਕੇ ਆਪਣੇ ਨਾਲ ਜੋੜਦੇ ਹਾਂ, ਪਰ ਜਿਹੜੀ ਮਨ ਦੇ ਵਿੱਚ ਜਿਹੜਾ ਥੋੜਾ ਜਿਹਾ, ਅਸੀਂ ਤਾਂ ਉੱਥੇ ਚੰਗਿਆੜੀ ਛੱਡ ਕੇ ਆਉਂਦੇ ਹਾਂ। ਚੰਗਿਆੜੀ ਨੂੰ ਭਾਂਬੜ ਤੁਸੀਂ ਬਣਾਉਣਾ ਜ਼ਿਮੀਂਦਾਰ ਭਰਾਵੋ। ਜਦੋਂ ਤੁਹਾਡੇ ਮਨ 'ਚ ਵਿਚਾਰ ਆ ਗਿਆ ਕਿ ਵੀ ਕੈਂਪ ਦੇ ਵਿੱਚ ਇਹ ਚੀਜ਼ ਸਿਖਾ ਗਏ, ਜਾਂ 20 ਕਿਲੋਮੀਟਰ ਦੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਹਿਕਮਾ ਖੇਤੀਬਾੜੀ ਨਾਲ ਰਲ ਕੇ ਕੈਂਪ ਲਾਇਆ, ਉਹ ਇੱਕ ਕਹਿ ਲਓ ਜਾਗ ਲਾਉਣ ਵਾਲੀ ਗੱਲ ਹੈ। ਤੁਸੀਂ ਜਦੋਂ ਜੁੜ ਕੇ ਮਹਾਰਾ ਦਾ ਨੰਬਰ ਲਓ, ਜਨਾਬ ਸਾਡੇ ਕੋਲੇ ਤੁਸੀਂ ਸਾਡੇ ਦਰਾਂ ਤੇ ਪਹੁੰਚੋ, ਸਾਨੂੰ ਬੁਲਾਓ ਫੋਨ ਕਰਕੇ,
ਡੈਫੀਨੇਟਲੀ ਦੇਖੋ ਇੱਕ ਵਾਰੀ ਤਾਂ ਸਮੇਲ ਕਰਨਾ ਹੀ ਪੈਣਾ, ਇੱਕ ਵਾਰੀ ਤਾਂ ਤੁਹਾਨੂੰ ਅਦਾਰੇ ਕੋਲੇ ਆਉਣਾ ਹੀ ਪੈਣਾ, ਜਾਂ ਤੁਸੀਂ ਅਦਾਰੇ ਦੇ ਰਿਪਰੈਜ਼ੈਂਟੇਟਿਵਸ ਨੂੰ ਆਪਣੇ ਕੋਲੇ ਬੁਲਾਓ। ਤਾਂ ਮੈਨੂੰ ਲੱਗਦਾ ਕਿ ਐਜੂਕੇਸ਼ਨ ਨਾਲ ਜਦੋਂ ਜੁੜਨਾ ਹੁੰਦਾ ਤਾਂ ਵਿਦਿਆਰਥੀ ਹੀ ਮੰਦਰ ਤੱਕ ਜਾਂਦਾ ਜੀ। ਬਿਲਕੁਲ ਵਿਦਿਆ ਦੇ ਮੰਦਰ ਤੱਕ ਅਸੀਂ ਜਦੋਂ ਗਏ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਜਾ ਕੇ ਪੜ੍ਹੇ ਤਾਂ ਅਸੀਂ ਵੀ ਪਹੁੰਚੇ ਉੱਥੇ। ਸੋ ਜ਼ਿਮੀਂਦਾਰ ਭਰਾਵੋ ਬਿਲਕੁਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਤੁਸੀਂ ਅੱਛੀ ਨੀਤ ਨਾਲ ਸਾਡੇ ਕੋਲੇ ਆਉਂਦੇ ਹੋ, ਸਾਨੂੰ ਖੁਸ਼ੀ ਹੁੰਦੀ ਆ। ਔਰ ਇਹੀ ਇੱਕ ਤਰੀਕਾ ਵਿਦਿਆ ਦੇ ਜ਼ਰੀਏ ਹੀ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਇਹਦੀ ਮਿਸਾਲ ਇੱਕ ਮੇਰੇ ਕੋਲ ਵੀ, ਅਸੀਂ ਤਕਰੀਬਨ ਵਿਭਾਗ ਦੇ ਵਿੱਚ ਨਾ ਕੈਂਪ ਲਵਾਏ ਨੇ ਖੁੰਬਾਂ ਦੇ, ਫ੍ਰੀ ਉਹਨਾਂ ਨੂੰ ਇੱਕ ਮਾਹਰ ਨੇ ਬੀਜ ਵੀ ਦਿੱਤਾ ਲਿਆ ਕੇ ਵੀ ਤੁਸੀਂ ਇਹ ਕੰਮ ਆਪਣੇ ਪੱਧਰ ਤੇ ਸ਼ੁਰੂ ਕਰ ਲਵੋ, ਅਸੀਂ ਤੁਹਾਡੇ ਤੋਂ ਖੁੰਬਾਂ ਲਵਾਂਗੇ ਵੀ ਵਾਪਸ। ਪਰ ਕਿਸੇ ਨੇ 3 ਸਾਲ ਹੋ ਗਏ ਕੋਈ ਅੱਗੇ ਨਹੀਂ ਆਇਆ। ਉਹੀ ਮਨ ਦੇ ਵਿੱਚ ਜੇ ਚਾਹ ਹੋਊਗੀ ਨਾ ਕਿਸੇ ਦੇ, ਫੇਰ ਹੀ ਅਸੀਂ ਕੋਈ ਨਾ ਕੋਈ ਕੰਮ ਉਹਨਾਂ ਨੂੰ ਸ਼ੁਰੂ ਕਰਵਾ ਸਕਦੇ ਹਾਂ। ਜੇ ਚਾਹ ਹੋਊ ਤਾਂ ਉਹ ਫਿਰ PAU ਵੀ ਜਾ ਸਕਦਾ ਹੁੰਦਾ। ਸੋ ਡਾਕਟਰ ਸਾਹਿਬ, ਬਾਕੀ ਮਹਿਕਮਿਆਂ ਦਾ ਰੋਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ। ਦੇਖੋ ਜੀ, ਸੋ ਇਹਦੇ ਵਿੱਚ ਐਗਰੀਕਲਚਰ ਅਲਾਈਡ ਮਹਿਕਮੇ ਜਿੰਨੇ ਵੀ ਆ ਪੰਜਾਬ ਸਰਕਾਰ ਦੇ, ਉਹ ਤਕਰੀਬਨ ਸਾਡੇ ਨਾਲ ਜੁੜ ਕੇ ਹੀ ਕੰਮ ਕਰਦੇ ਆ ਜੀ। ਉਹ ਸਾਨੂੰ ਫੀਡਬੈਕ ਦਿੰਦੇ ਆ, ਅਸੀਂ ਜਿਹੜੀ ਖੋਜ ਕਰਦੇ ਉਹਨਾਂ ਦੀ ਫੀਡਬੈਕ ਦੇ ਸਿਰ ਤੇ ਹੀ ਸਾਡੀ ਖੋਜ ਦੇ ਨਤੀਜੇ ਆਉਂਦੇ ਆ। ਫਿਰ ਅਸੀਂ ਆਪਣੇ ਖੋਜ ਦੇ ਨਤੀਜੇ ਉਹਨਾਂ ਨਾਲ ਸ਼ੇਅਰ ਕਰਦੇ ਹਾਂ। ਜਦੋਂ ਖੋਜ ਦੇ ਨਤੀਜੇ ਸ਼ੇਅਰ ਕਰਦੇ ਹਾਂ ਤੇ ਉਹ ਸਾਡੀ ਤਕਨੀਕ ਨੂੰ ਜ਼ਿਮੀਂਦਾਰਾਂ ਤੱਕ ਲੈ ਕੇ ਜਾਂਦੇ ਆ। ਸੋ ਇਹ ਕੁੱਲ ਮਿਲਾ ਕੇ ਇੱਕ ਟੀਮ ਵਰਕ ਹੈ ਚੌਹਾਨ ਸਾਹਿਬ, ਮੈਨੂੰ ਲੱਗਦਾ ਬਹੁਤ ਵਧੀਆ ਪੰਜਾਬ ਦਾ ਟੀਮ ਵਰਕ ਆ। ਅਸੀਂ ਬਾਕੀ ਸੂਬਿਆਂ 'ਚ ਵੀ ਜਾ ਕੇ ਦੇਖਿਆ, ਜਿਹੜੀ ਪੰਜਾਬ ਦੀ ਇਹ ਟੀਮ ਹੈ ਖੇਤੀਬਾੜੀ ਦੇ ਅਲਾਈਡ ਯੂਨੀਵਰਸਿਟੀ, ਸਟੇਟ ਐਗਰੀਕਲਚਰ ਯੂਨੀਵਰਸਿਟੀ ਤੇ ਸਾਰੇ ਹੀ ਮਹਿਕਮੇ ਜਿਹੜੇ ਅਲਾਈਡ ਖੇਤੀਬਾੜੀ ਮਹਿਕਮੇ ਆ ਪੰਜਾਬ ਸਰਕਾਰ ਦੇ, ਅਸੀਂ ਰਲ ਕੇ ਜ਼ਿਮੀਂਦਾਰਾਂ ਨਾਲ ਰਲ ਕੇ ਨਾਲ ਅਗਾਂਹ ਵਧੂ ਜ਼ਿਮੀਂਦਾਰ ਵੀ ਜੋੜਦੇ ਆ, ਨਾਲ ਮਾਰਜਨਲ ਫਾਰਮਰਸ ਵੀ ਜੋੜਦੇ ਆ। ਰਿਪਰੈਜ਼ੈਂਟੇਟਿਵ ਕੋਈ ਵੀ ਨਹੀਂ ਰਹਿੰਦਾ ਜੀ, ਸਮਾਜ ਦਾ ਕੋਈ ਰਿਪਰੈਜ਼ੈਂਟੇਟਿਵ ਨਹੀਂ ਛੱਡਦੇ ਅਸੀਂ। ਈਵਨ ਸਵਾਣੀਆਂ ਤੱਕ ਅਸੀਂ ਜਿਹੜੀਆਂ ਫਾਰਮ ਵੂਮਨ ਜਿਹੜੀਆਂ ਉਹ ਵੀ ਨਾਲ ਜੁੜੇ ਹੋਏ ਆ, ਰੂਰਲ ਯੂਥ ਨੂੰ ਨਾਲ ਜੁੜਿਆ ਹੋਇਆ। ਸੋ ਇੱਕ ਸਮੇਲ ਆ, ਇੱਕ ਬਹੁਤ ਵਧੀਆ ਟੀਮ ਦੇ ਰੂਪ 'ਚ ਕੰਮ ਕਰ ਰਹੇ ਆ, ਬਹੁਤ ਵਧੀਆ ਫੀਡਬੈਕ ਇੱਕ ਦੂਜੇ ਨੂੰ ਦਿੰਦੇ ਆ। ਕਿਸੇ ਚੀਜ਼ ਦੀ ਕਮੀ ਨਹੀਂ ਆ, ਬਸ ਸਿਰਫ ਅਸੀਂ ਨਵੇਂ ਰਾਹ ਫੜਨ ਦੀ ਲੋੜ ਆ। ਮੈਂ ਪਹਿਲਾਂ ਵੀ ਸੁਨੇਹੇ ਦੇ ਰੂਪ ਦੇ ਵਿੱਚ ਦੱਸਿਆ ਕਿ ਜਦੋਂ ਨਵੇਂ ਰਾਹ ਤੇ ਅਸੀਂ ਤੁਰਾਂਗੇ ਤਾਂ ਡੈਫੀਨੇਟਲੀ ਸਾਡਾ ਤਰੱਕੀ ਵਾਲਾ ਜਿਹੜਾ ਰਾਹ ਉਹ ਮੰਨਿਆ ਜਾਊਗਾ। ਬਿਲਕੁਲ। ਦੇਖੋ ਕਿਸਾਨ ਵੀਰੋ, ਜੇ ਸਾਰਾ ਪਰਿਵਾਰ ਰਲ ਕੇ ਅਸੀਂ ਇਹ ਕੋਈ ਨਾ ਕੋਈ ਇਹੋ ਜਿਹਾ ਕੰਮ ਸ਼ੁਰੂ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਫਾਇਦਾ ਹੁੰਦਾ, ਤਾਂ ਦੇਖੋ ਪਰਿਵਾਰ ਤਾਂ ਜ਼ਰੂਰ ਇਕੱਠਾ ਹੋਣਾ ਜ਼ਰੂਰੀ ਹੈ ਜੀ। ਦੂਸਰੇ ਬੰਦੇ ਨੂੰ ਜੋੜਨਾ ਸ਼ਾਇਦ ਔਖਾ ਹੈ, ਪਰਿਵਾਰ ਜ਼ਰੂਰ ਇਕੱਠਾ ਹੋਵੇ ਤਾਂ ਅਸੀਂ ਖੇਤੀ ਨੂੰ ਵਪਾਰ ਵੱਲ ਨੂੰ ਇੱਕ ਕਦਮ ਆ ਜਿਹੜਾ ਉਹ ਵਧਾ ਸਕਦੇ ਹਾਂ। ਡਾਕਟਰ ਸਾਹਿਬ, ਪਰਿਵਾਰ ਦੇ ਨਾਲ ਨਾਲ ਜੇ ਅਸੀਂ ਹੋਰ ਇਕੱਠੇ ਹੋ ਕੇ ਪਿੰਡ ਦੇ ਨੌਜਵਾਨ ਜਾਂ ਸ਼ਹਿਰਾਂ ਦੇ ਨੌਜਵਾਨ ਇਕੱਠੇ ਹੋ ਕੇ ਜੇ ਇਹੋ ਜਿਹੀਆਂ ਚੀਜ਼ਾਂ ਅੱਗੇ ਲਿਆਉਣ ਤਾਂ ਕਿੰਨੀਆਂ ਕੁ ਸੰਭਾਵਨਾਵਾਂ ਵੀ ਇਹ ਖੇਤੀ ਵਪਾਰ ਦੇ ਵਿੱਚ ਬਦਲ ਸਕਦੀ ਹੈ? ਬਹੁਤ ਅੱਛੀ ਗੱਲ ਹੈ ਚੌਹਾਨ ਸਾਹਿਬ ਕਿ ਪਿੰਡ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ, ਜਿਹੜੇ ਇੱਕੋ ਜੀ ਸੋਚ ਰੱਖਦੇ ਉਹਨਾਂ ਨੂੰ ਇਕੱਠਾ ਹੋਣਾ ਪਊਗਾ। ਸੈਲਫ ਹੈਲਪ ਗਰੁੱਪ ਬਹੁਤ ਵਧੀਆ ਉਦਾਹਰਨ ਹੈ। ਗੱਲ ਤੁਹਾਡੀ ਬਿਲਕੁਲ ਬਹੁਤ ਵਧੀਆ। ਇੱਕੋ ਜੀ ਸੋਚ ਰੱਖਣ ਵਾਲੇ ਜਿਹੜੇ ਇੱਕੋ ਜੀ ਸੋਚ ਚੌਹਾਨ ਸਾਹਿਬ ਰੱਖਦੇ ਆ, ਉਹ ਸੈਲਫ ਹੈਲਪ ਗਰੁੱਪ ਦੇ ਤਹਿਤ ਅਸੀਂ ਇਕੱਠੇ ਕੀਤੇ ਆ। ਉਹਨਾਂ ਦੀਆਂ ਬਹੁਤ ਅੱਛੀਆਂ ਉਦਾਹਰਨਾਂ ਅਸੀਂ ਦੇ ਸਕਦੇ ਹਾਂ। ਸਮੇਂ ਦੀ ਥੋੜ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 365 ਜਿਹੜੇ ਆ ਇਹ ਵਪਾਰ ਸ਼ਹਿਦ ਦੇ ਜਿਹੜੇ ਬ੍ਰਾਂਡ ਹੈ, ਉਹ ਸ਼ਹਿਦ ਦੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਦੇ ਚੁੱਕੇ ਆ। ਜੇ ਵਪਾਰੀ ਸਿਰਫ ਜਿਣਸ ਪੈਦਾ ਕਰਨ ਵਾਲਾ ਬ੍ਰਾਂਡ ਕਰਕੇ ਖਪਤਕਾਰ ਦੀ ਝੋਲੀ 'ਚ 365 ਵਸਤੂਆਂ ਪਾ ਸਕਦਾ, ਤਾਂ ਮੈਨੂੰ ਲੱਗਦਾ ਕਿ ਸੈਲਫ ਹੈਲਪ ਗਰੁੱਪ ਦੀ ਇਸ ਤੋਂ ਵੱਡੀ ਉਦਾਹਰਨ ਕੋਈ ਨਹੀਂ ਹੋ ਸਕਦੀ। ਦੂਜੀ ਗੱਲ ਕਿ ਕਮੋਡਿਟੀ ਗਰੁੱਪ ਵੀ ਜੁੜਦੇ ਆ, ਸੈਲਫ ਹੈਲਪ ਗਰੁੱਪ ਵੀ ਜੁੜਦੇ ਆ। ਖੁੰਬਾਂ ਦੇ ਖੇਤਰ ਦੇ ਵਿੱਚ ਅਸੀਂ ਸਾਰੇ ਖੁੰਬਾਂ ਵਾਲੇ ਇੱਕ ਛੱਤ ਥੱਲੇ ਇਕੱਠੇ ਕਰਤੇ, ਸਬਜ਼ੀਆਂ ਤੇ ਫਲਾਂ ਵਾਲਾ ਅਸੀਂ ਇੱਕ ਛੱਤ ਥੱਲੇ ਇਕੱਠੇ ਕਰਤੇ। ਸੋ ਇਹ ਵੀ ਇੱਕ ਗਰੁੱਪ ਬਣਾਉਣ ਦਾ ਤਰੀਕਾ। ਇੱਕੋ ਜੀ ਸੋਚ ਵਾਲੇ ਗਰੁੱਪ ਵੀ ਬਣ ਜਾਂਦੇ ਆ, ਇੱਕੋ ਜੀ ਕਮੋਡਿਟੀ ਵਾਲੇ ਗਰੁੱਪ ਵੀ ਬਣ ਜਾਂਦੇ ਆ। ਸੋ ਇਸ ਪਾਸੇ ਚੱਲਣ ਦੀ ਲੋੜ ਆ। ਔਰ ਇਹਦੇ ਵਿੱਚ ਦੂਜਾ ਸੁਨੇਹਾ ਮੈਂ ਚੌਹਾਨ ਸਾਹਿਬ ਇਹ ਦੇਣਾ ਚਾਹੂੰਗਾ ਕਿ ਸਾਨੂੰ ਪਰਿਵਾਰਾਂ ਨੂੰ ਵੀ ਸਾਰਿਆਂ ਨੂੰ ਬੰਨਣ ਦੀ ਲੋੜ ਆ ਕਿ ਪਰਿਵਾਰ ਦੇ ਵਿੱਚ ਜੇ ਬੇਟੀ ਆ ਤੇ ਬੇਟਾ ਨੌਜਵਾਨ ਜ਼ਿਮੀਂਦਾਰ ਆ, ਖੁਦ ਆਪ ਜਿਹੜਾ ਕਾਸ਼ਤ ਕਰਦਾ ਤੇ ਨਾਲ ਸਵਾਣੀ ਆ, ਜੇ ਸਾਰੇ ਜਣੇ ਕੁਛ ਨਾ ਕੁਛ ਸਕਿੱਲ ਸਿੱਖ ਲੈਣ, ਸਕਿੱਲ ਡਿਵੈਲਪਮੈਂਟ ਦੀ ਲੋੜ ਹੈ। ਟ੍ਰੇਨਿੰਗ ਲੈ ਕੇ ਜੇ ਸਾਰੇ ਜਣੇ ਛੋਟੀ ਛੋਟੀ ਸਕਿੱਲ ਸਿੱਖ ਲੈਣ ਕਿ ਬੇਟੀ ਲੇਬਲਿੰਗ ਦੀ ਸਕਿੱਲ ਸਿੱਖ ਲੇ, ਬ੍ਰਾਂਡਿੰਗ ਦੀ ਸਕਿੱਲ ਸਿੱਖ ਲੇ, ਲੇਬਲ ਜਿਹੜਾ ਪ੍ਰੋਡਕਟ ਤੇ ਕਿਵੇਂ ਲਾਣਾ, ਵਸਤੂ ਤੇ ਕਿਵੇਂ ਲਾਣਾ, ਇਹ ਸਕਿੱਲ ਸਿੱਖ ਲੇ, ਬੇਟਾ ਮੰਡੀਕਰਨ ਦੀ ਸਕਿੱਲ ਸਿੱਖ ਲੇ, ਜ਼ਿਮੀਂਦਾਰ ਜਿਣਸ ਪੈਦਾ ਕਰ ਹੀ ਰਿਹਾ, ਸਵਾਣੀ ਜਿਹੜੀ ਆ ਉਹਨੂੰ ਪ੍ਰੋਸੈਸ ਕਰਨ ਦੀ ਟੈਕਨੀਕ ਸਿੱਖ ਲੇ, ਤਾਂ ਮੈਨੂੰ ਲੱਗਦਾ ਪਰਿਵਾਰਕ ਵਪਾਰ ਬਣ ਜਾਊਗਾ। ਇਹੀ ਸਮੇਂ ਦੀ ਲੋੜ ਆ ਜ਼ਿਮੀਂਦਾਰ ਭਰਾਵੋ। ਜੇ ਤੁਸੀਂ ਖੇਤੀਬਾੜੀ ਨੂੰ ਮੁਨਾਫੇ ਵਾਲੇ ਪਾਸੇ ਤੋਰਨਾ ਹੈ, ਜੇ ਮੁਨਾਫੇ 'ਚ ਇਜ਼ਾਫਾ ਕਰਨਾ ਹੈ, ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰੇ ਪਰਿਵਾਰ ਨੂੰ ਇਹਨੂੰ ਫੈਮਿਲੀ ਬਿਜ਼ਨਸ ਬਣਾਉਣਾ ਪਊਗਾ। ਡਾਕਟਰ ਸਾਹਿਬ, ਇਹ ਵੀ ਇੱਕ ਮਿਸਾਲ ਨਾ ਪਿਛਲੇ ਦਿਨੀ ਬਠਿੰਡੇ ਦਾ ਕਿਸਾਨ ਮੇਲਾ ਦੇਖਣ ਨੂੰ ਮੌਕਾ ਮਿਲਿਆ। ਉੱਥੇ ਇੱਕ ਬੀਬੀ ਨਾ ਜੈਵਿਕ ਖੇਤੀ ਦੇ ਪ੍ਰੋਡਕਟਸ ਆ ਜਿਹੜੇ ਉਹ ਬਣਾ ਕੇ, ਉਹਦੀ ਬੇਟੀ ਡੈਂਟਿਸਟ BDS ਕਰਦੀ ਸੀ ਜੀ। ਉਹਦੀ ਬੇਟੀ ਦੇ ਨਾਲ ਹੋਰ ਕੁੜੀਆਂ ਜੁੜ ਕੇ, ਉਹਨਾਂ ਦੇ ਫਰੈਂਡ ਜੁੜ ਕੇ ਉਹ ਮਾਰਕੀਟਿੰਗ ਜਿਹੜੀ ਉਹ ਮੰਮੀ ਚੀਜ਼ ਬਣਾ ਰਹੀ ਆ, ਉਹ ਬੱਚੇ ਕਰ ਰਹੇ ਆ। ਅੱਜ ਦੇ ਸਮੇਂ ਦੀ ਜ਼ਰੂਰਤ, ਵਧੀਆ ਗੱਲ, ਬਿਲਕੁਲ ਅੱਜ ਦੇ ਸਮੇਂ ਦੀ ਜ਼ਰੂਰਤ ਆ। ਕਿਉਂਕਿ ਨੌਜਵਾਨ ਸਾਥੀ, ਆਪਾਂ ਕਈ ਵਾਰੀ ਤੋਹਮਤ ਲਾ ਦਿੰਦੇ ਆ ਜੀ ਨੌਜਵਾਨ ਸਾਥੀ ਖੇਤੀ ਤੋਂ ਭੱਜਦੇ ਆ। ਕੋਈ ਨਹੀਂ ਭੱਜਦੇ ਜ਼ਿਮੀਂਦਾਰ ਭਰਾਵੋ। ਮੈਂ ਇੱਥੋਂ ਇਸ
ਮਾਧਿਅਮ ਰਾਹੀਂ ਇਹ ਦੱਸਣਾ ਚਾਹੂੰਗਾ ਕਿ ਨੌਜਵਾਨ ਸਾਥੀ ਖੇਤੀ ਵਪਾਰ ਦੀਆਂ ਜਿਹੜੀਆਂ ਹੋਰ ਲੀਹਾਂ ਉਹਨਾਂ ਵਾਲੇ ਪਾਸੇ ਤੁਰਨਾ ਚਾਹੁੰਦੇ ਆ, ਉਹਨਾਂ ਨੂੰ ਤੁਰਨ ਦਈਏ ਆਪਾਂ, ਬਿਲਕੁਲ ਦੱਸ ਕੋਈ ਇਸ਼ੂ ਨਹੀਂ। ਫੋਨ ਕਾਲ ਆਪਣੇ ਨਾਲ ਜੁੜ ਗਏ ਨੇ, ਲੈ ਲਈਏ ਫੋਨ ਕਾਲ। ਹੈਲੋ ਚੌਹਾਨ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਚੌਹਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਹੰਸ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚੌਹਾਨ ਸਾਹਿਬ, ਮੈਂ ਬੇਨਤੀ ਕਰਾਂ, ਜੀ। ਜਿਹੜੀ ਤੁਹਾਡੀ ਕੋਸ਼ਿਸ਼ ਆ ਜਾਂ ਡਾਕਟਰ ਸਾਹਿਬ ਦੀ ਕੋਸ਼ਿਸ਼ ਆ ਜਾਂ ਪੀਏ ਦੀ ਕੋਸ਼ਿਸ਼ ਹੈਗੀ ਆ, ਇਹਨੂੰ ਕਿੰਤੂ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸਾਨ ਨੂੰ ਭਰਪੂਰ ਜਾਗਰੂਕ ਕਰਨ ਵਾਸਤੇ ਹਰ ਦਾ ਕੈਂਪ ਲਾਉਨੇ ਆ, ਪਰ ਜੀ। ਤਰਾਸਦੀ ਵੱਡੀ ਗੱਲ ਇਹ ਹੈਗੀ ਜਿਹੜੇ ਸਾਡਾ ਮੰਡੀ ਕਰ ਰਹੇ ਉਹਦੀ ਤਬਾਹੀ ਹੋ ਗਈ ਆ। ਜੀ ਮੈਂ ਬੇਨਤੀ ਕਰਾਂ ਵੀ ਜਿਹੜਾ ਦੁਆਬਾ ਆ ਇਹਨੂੰ ਕੈਲੀਫੋਰਨੀਆ ਕਿਹਾ ਜਾਂਦਾ ਸੀ, ਭਰਪੂਰ ਕਿੰਨੂ ਦੀ ਫਸਲ ਆਉਂਦੀ ਸੀ, ਜਿਹੜੇ ਮੇਨ ਤੌਰ ਤੇ ਹੁਸ਼ਿਆਰਪੁਰ ਆ। ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿੰਨੂ ਆ ਉਹਦੀ ਉਪਜਤਾ ਹੋਈ ਬੇਮਿਸਾਲ ਹੋਈ, ਰਿਕਾਰਡ ਤੋੜ ਗਈ। ਚੌਹਾਨ ਸਾਹਿਬ ਜਿਹੜਾ ਕਿੰਨੂ ਆ ਨਾ, ਜਿਹੜੇ ਸਾਡੀ ਨੈਸ਼ਨਲ ਹਾਈਵੇ ਹੈਗੀ ਆ ਉੱਥੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤੱਕ ਸੜਕਾਂ ਦੇ ਉੱਤੇ ਟਰਾਲੀਆਂ 'ਚ ਭਰ ਕੇ ਜਿਹੜਾ ਉਹ ਵੇਚਿਆ ਗਿਆ। ਜੀ ਬਿਲਕੁਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਜੀ। ਜਿਹੜਾ ਦੁਆਬਾ ਨੂੰ ਕੈਲੀਫੋਰਨੀਆ ਕਿਹਾ ਜਾਂਦਾ ਸੀ, ਸੋ ਡਾਕਟਰ ਸਾਹਿਬ ਜੀ ਆਪਾਂ ਗੱਲ ਕਰੀਏ ਦੁਆਬੇ ਦੀ ਵੀ, ਕਿਉਂਕਿ ਬਹੁਤ ਸਾਰੇ ਸਾਡੇ ਵੀਰ ਜਿਹੜੇ ਨੇ ਉਹ ਬਾਹਰ ਗਏ ਹੋਏ ਨੇ, ਫੋਰਨ ਦੇ ਵਿੱਚ ਗਏ ਹੋਏ ਆ। ਆਪਾਂ ਇਹਨਾਂ ਦੀ ਗੱਲ 'ਚ ਹੀ ਗੱਲ ਲੈਂਦੇ ਆ ਵੀ ਕੀ ਉਹ ਵੀ ਸਾਡੀ ਇਸ ਤਰ੍ਹਾਂ ਦੀ ਮੰਡੀ ਬਣਾਉਣ ਦੇ ਵਿੱਚ ਜਾਂ ਕਿਸੇ ਵੀ ਪ੍ਰੋਡਕਟ ਦੀ ਮਾਰਕੀਟਿੰਗ ਦੇ ਵਿੱਚ ਸਾਡੀ ਕੋਈ ਮਦਦ ਕਰ ਸਕਦੇ? ਬਹੁਤ ਅੱਛੀ ਡਾਈਮੈਂਸ਼ਨ ਤੇ ਹੰਸ ਜੀ ਨੇ ਗੱਲ ਕੀਤੀ ਹੈ। ਚੌਹਾਨ ਸਾਹਿਬ ਤੁਸੀਂ ਵੀ ਉਸ ਗੱਲ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਔਰ ਮੈਨੂੰ ਲੱਗਦਾ ਕਿ ਸਾਨੂੰ ਇਸ ਰਾਹ ਤੇ ਤੁਰਨਾ ਪਊਗਾ ਕਿ ਸਾਡੇ ਵੀਰ ਜਿਹੜੇ ਸਾਡੇ ਭਰਾ ਬਾਹਰਲੇ ਮੁਲਕਾਂ ਦੇ ਵਿੱਚ ਸੈਟਲਡ ਨੇ, ਉਹ ਬੈਕ ਹੋਮ ਕੁਛ ਨਾ ਕੁਛ ਪਿੱਛੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਆਪਣੇ ਸੂਬੇ ਨੂੰ ਕੁਛ ਨਾ ਕੁਛ ਪੂਰਨਾ ਚਾਹੁੰਦੇ ਆ। ਸੁਨੇਹੇ ਦੇ ਰੂਪ ਦੇ ਵਿੱਚ ਮੈਂ ਇੱਥੇ ਦੱਸਣਾ ਚਾਹੂੰਗਾ, ਕਿਉਂਕਿ ਇਹ ਪ੍ਰੋਗਰਾਮ ਸਾਰੇ ਤਕਰੀਬਨ ਦੇਸ਼ਾਂ ਦੇ ਵਿੱਚ ਦਰਸ਼ਕ ਦੇਖਦੇ ਆ, ਕਿ ਜਿਹੜੇ ਸਾਡੇ ਪੰਜਾਬੀ ਭਰਾ ਬੈਕ ਹੋਮ ਕੁਛ ਕਰਨਾ ਚਾਹੁੰਦੇ ਆ, ਤਾਂ ਮੈਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਆ ਕਿ ਜਿਹੜੇ ਸਾਡੇ ਇੱਥੋਂ ਦੇ ਜ਼ਿਮੀਂਦਾਰ ਆ ਉਹ ਅੱਜ ਕਿਤੇ ਖੜੋਤ 'ਚ ਖੜੇ ਆ, ਜੇ ਉਹ ਉਹਨਾਂ ਨੂੰ ਟੈਕਨੋਲੋਜੀ ਦੇ ਸਕਣ, ਜੇ ਉਹ ਉਹਨਾਂ ਨੂੰ ਪੈਸੇ ਦਾ ਨਿਵੇਸ਼ ਕਰ ਸਕਣ ਟੈਕਨੋਲੋਜੀ ਦੇ ਜ਼ਰੀਏ। ਮੈਂ ਪੈਸੇ ਦੀ ਮੰਗ ਨਹੀਂ ਕਰ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿ ਜਿਹੜੀ ਟੈਕਨੋਲੋਜੀ ਉੱਥੇ ਅਵੇਲੇਬਲ ਹੈ, ਜੇ ਪੋਰਟੇਬਲ ਜਿਹੜੀਆਂ ਜੂਸ ਮਸ਼ੀਨਸ ਉੱਥੇ ਅਵੇਲੇਬਲ ਹੈ, ਕਮਰਸ਼ੀਅਲ ਜੂਸ ਮਸ਼ੀਨਸ, ਜੇ ਉੱਥੋਂ ਟੈਕਨੋਲੋਜੀ ਕਿਤੇ ਇੱਧਰ ਲੈ ਆਉਣ ਤਾਂ ਸੋਨੇ ਤੇ ਸੁਹਾਗਾ। ਚੌਹਾਨ ਸਾਹਿਬ ਇਹੀ ਅਸੀਂ ਚਾਹੁੰਦੇ ਹਾਂ, ਪੰਜਾਬ ਖੁਸ਼ਹਾਲੀ ਦੇ ਰਾਹ ਤੇ ਤੁਰੂਗਾ। ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਕਾਈਂਡਲੀ ਇਸ ਮੈਸੇਜ ਨੂੰ ਫੜਨ ਦੀ ਕੋਸ਼ਿਸ਼ ਕਰਿਓ। ਪੈਸੇ ਦੇਣ ਦੀ ਬਜਾਏ ਜੇ ਕਿਤੇ ਟੈਕਨੋਲੋਜੀ ਪੰਜਾਬ ਦੇ ਵਿੱਚ ਮੁਹੱਈਆ ਕਰਾ ਦੇਣ, ਉਹ ਸਾਨੂੰ ਸੁਮੇਲ ਹੋ ਜਾਊਗਾ। ਸਾਡੀ ਜਿਹੜੀ ਟੈਕਨੋਲੋਜੀ, ਸਾਡੀ ਜਿਹੜੀ ਜਿਣਸ, ਸਾਡੇ ਜਿਹੜੇ ਖਪਤਕਾਰ ਆ ਇੱਥੇ ਹੀ ਬੈਠੇ ਆ, ਮੈਨੂੰ ਲੱਗਦਾ ਪੰਜਾਬ 'ਚ ਹੀ ਖਪਤਕਾਰ ਆ ਜੀ, ਪੰਜਾਬ 'ਚ ਹੀ ਪੈਦਾਵਾਰ ਆ। ਖੜੋਤ ਕਿੱਥੇ ਆ ਟੈਕਨੋਲੋਜੀ ਦੇ ਵਿੱਚ, ਖੜੋਤ ਕਿੱਥੇ ਆ ਥੋੜ੍ਹੀ ਜਿਹੀ ਪੜ੍ਹਾਈ ਦੇ ਵਿੱਚ। ਤੇ ਜੇ ਮੈਨੂੰ ਲੱਗਦਾ ਇਹ ਸਵਾਲ ਹੰਸ ਜੀ ਨੇ ਬਹੁਤ ਵਧੀਆ ਕੀਤਾ, ਇਹ ਬੜਾ ਵਧੀਆ ਸੁਨੇਹਾ ਜ਼ਿਮੀਂਦਾਰ ਭਰਾਵਾਂ ਨੂੰ। ਸਾਰੇ ਦਰਸ਼ਕ ਦੇਖ ਰਹੇ ਆ, ਮੈਨੂੰ ਲੱਗਦਾ ਇਸ ਪਾਸੇ ਸੋਚਣ ਦੀ ਲੋੜ ਹੈ, ਸੋਚਣਾ ਸ਼ੁਰੂ ਕਰੀਏ ਤੇ ਨਾਲ ਇਹਨੂੰ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰੀਏ। ਬਿਲਕੁਲ ਡਾਕਟਰ ਰਮਨਦੀਪ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਮੈਂ ਆਸ ਰੱਖਦਾ ਕਿ ਖੇਤੀ ਵਪਾਰ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਕਰਨ ਲਈ ਸਾਡੇ ਕਿਸਾਨ ਵੀਰ ਅੱਗੇ ਆਉਣਗੇ, ਤੁਹਾਡੇ ਨਾਲ ਸੰਪਰਕ ਕਰਨਗੇ, ਹੋਰ ਵਿਭਾਗਾਂ ਦੇ ਨਾਲ ਸੰਪਰਕ ਕਰਨਗੇ। ਸੋ ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।